मैं रिकॉर्डिंग वास्ते दोबारा मैसेज सारे सुन रही सी ते वो मैसेज जिसले मैं दोबारा सुनिया तो मैनू बहुत ही हैरानी हुई कि इन्ना स्पष्ट समझाने तो बाद भी असी क्यों भटक रहे हैं, जबकि वो मैसेज मैं खुद उत्थे बैठ के उन्हां दे प्रोग्राम विच ध्यान महाचक्र विच सुनिया उन्हां दे सामने, और उस टाइम भी बहुत अच्छा लगा और मेरी उन्हां नाल गल भी हुई उहदे बाद इस बारे विच। बट वही है कि इंसान दा सुभाव हुंदा है कि 2-4 दिन याद रखदा फिर भुल जांदा फिर होर कम्मां विच लग जांदा। ते जिस टाइम मैं सुन रही सी ते मैनू अचानक ही उस टाइम ऐसा लगा कि ਇਹਦੇ ਤੇ मैं प्रेजेंटेशन बना के क्लास लवां ताकि सारिਆਂ ਨੂੰ ਹੋਰ क्लैरिटी मिले। ਤਾਂ ਉਹੀ मैं प्रेजेंटेशन बनाई उस टॉपिक ਤੇ और ਉਹੀ मैं आज ਤੁਹਾਡੇ ਸਾਰਿਆਂ ਨਾਲ शेयर कर रही ਹਾਂ। मिनट ਇਹ ਅਸੀਂ ਸਾਰਿਆਂ ਨੇ ਬਹੁਤ ਸੁਣਿਆ ਹੋਇਆ ਸ਼ਲੋਕ ਹੈ ਹਿੰਦੀ ਦਾ, ਤੁਸੀਂ ਵੀ ਸੁਣਿਆ ਹੋਏਗਾ, ਕਦੀ ਨਾ ਕਦੀ ਪੜਿਆ ਹੋਏਗਾ। ਉਹਦਾ ਹੈਡਿੰਗ ਮੈਂ ਰੱਖਿਆ ਗੁਰੂ ਸਾਖਸ਼ਾਤ ਪਰਬ੍ਰਹਮ। ਕਿਹਾ ਜਾਂਦਾ ਹੈ ਕਿ ਗੁਰੂ ਜਿਹੜਾ ਸਾਖਸ਼ਾਤ ਪਰਬ੍ਰਹਮ ਹੈ। ਹੁਣ ਗੁਰੂ ਸਾਖਸ਼ਾਤ ਪਰਬ੍ਰਹਮ ਕਿਸ ਤਰ੍ਹਾਂ ਹੈ ਔਰ ਕੌਣ ਗੁਰੂ ਹੈ ਜਿਹੜਾ ਸਾਖਸ਼ਾਤ ਪਰਬ੍ਰਹਮ ਹੈ, ਉਹ ਅਸੀਂ ਇਹਦੇ ਨਾਲ ਸਮਝਾਂਗੇ। ਗੁਰੂ ਉਹ ਹੈ ਜਿਹੜਾ ਸਾਨੂੰ ਅੰਧਕਾਰ ਤੋਂ ਪ੍ਰਕਾਸ਼ ਦੀ ओर ਲੈ ਕੇ ਜਾਏ। ਅਸੀਂ ਹਨੇਰੇ ਵਿੱਚ ਆ ਔਰ ਜਿਹੜਾ ਸਾਨੂੰ ਹਨੇਰੇ ਤੋਂ ਕੱਢ ਕੇ ਪ੍ਰਕਾਸ਼ ਵੱਲ ਲੈ ਜਾਏ ਉਹੀ ਗੁਰੂ ਹੈ। ਗੁਰੂ ਕੋਈ ਵੀ ਹੋ ਸਕਦਾ। ਅਗਰ ਥੋੜਾ ਜਿਹਾ ਅਸੀਂ ਸੰਸਾਰੀ ਗੱਲ ਕਰੀਏ ਤੇ ਅਸੀਂ ਪੜ੍ਹਾਈ ਲਿਖਾਈ ਕਰਨੇ ਆ, ਹਰ ਕਲਾਸ ਵਿੱਚ ਸਾਡੇ ਅਲੱਗ ਟੀਚਰ ਹੁੰਦੇ ਨੇ, ਮੈਂਟਰ ਹੁੰਦੇ ਨੇ, ਗੁਰੂ ਹੁੰਦੇ ਨੇ। ਤੇ ਛੋਟੀ ਕਲਾਸ ਵਾਲੇ ਵਾਸਤੇ ਵੱਡੀ ਕਲਾਸ ਵਾਲਾ ਵੀ ਗੁਰੂ ਹੈ। ਤੀਜੀ ਕਲਾਸ ਵਿੱਚ ਜਿਹੜਾ ਪੜ੍ਹ ਰਿਹਾ ਹੈ ਔਰ ਉਹਨੂੰ ਚੌਥੀ ਕਲਾਸ ਵਾਲਾ ਵੀ ਪੜ੍ਹਾ ਸਕਦਾ ਹੈ। ਚੌਥੀ ਕਲਾਸ ਵਾਲਾ ਉਹਦੇ ਵਾਸਤੇ ਗੁਰੂ ਹੀ ਹੈ। ਤੇ ਹਰ ਸਮੇਂ ਸਾਡੀ ਬੁੱਧੀ ਦੇ ਅਨੁਸਾਰ, ਸਾਡੀ ਅਵਸਥਾ ਦੇ ਅਨੁਸਾਰ ਸਾਡੇ ਗੁਰੂ ਬਦਲਦੇ ਰਹਿੰਦੇ ਨੇ। ਔਰ ਅਸੀਂ ਜਾ ਕੇ ਸਕੂਲ ਵਿੱਚ ਜਿਸ ਵੇਲੇ ਪੜ੍ਹਾਈ ਕਰਨੇ ਆ ਤੇ ਸਾਨੂੰ ਜਿਹੜੇ ਵੀ ਟੀਚਰ ਪੜ੍ਹਾਉਂਦੇ ਨੇ ਅਸੀਂ ਉਹਨਾਂ ਦੇ ਪੈਰ ਨਹੀਂ ਛੂੰਦੇ ਜਾ ਕੇ ਬਾਰ-ਬਾਰ ਕਿ ਤੁਸੀਂ ਸਾਡੇ ਤੇ ਬਹੁਤ ਉਪਕਾਰ ਕੀਤਾ, ਤੁਸੀਂ ਸਾਨੂੰ ਪੜ੍ਹਾਇਆ ਲਿਖਾਇਆ। ਬਸ ਉਹ ਪੜ੍ਹਾਉਂਦੇ ਨੇ, ਅਸੀਂ ਪੜ੍ਹਦੇ ਜਾਂਦੇ ਹਾਂ, ਮਿਹਨਤ ਕਰਨੇ ਹਾਂ ਔਰ ਅਸੀਂ ਅੱਗੇ ਅੱਗੇ ਵੱਧਦੇ ਜਾਂਦੇ ਹਾਂ। ਔਰ ਅਸੀਂ ਅੱਗੇ ਵਧਨੇ ਆ ਦੇਖ ਕੇ ਟੀਚਰ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਬੱਚਾ ਅੱਗੇ ਵਧ ਰਿਹਾ, ਬੱਚਾ ਬਹੁਤ ਮਿਹਨਤ ਕਰ ਰਿਹਾ ਤੇ ਟੀਚਰ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਬੱਚੇ ਦਾ ਗਿਆਨ ਵਧ ਰਿਹਾ, ਬੱਚਾ ਅੱਗੇ ਵਧ ਰਿਹਾ। ਇਹ ਹੋਈ ਸੰਸਾਰੀ ਗੱਲ। ਹੁਣ ਗੁਰੂ ਦਾ ਜਿਹੜਾ ਉਲਟਾ ਸ਼ਬਦ ਹੈ, ਵਿਲੋਮ ਸ਼ਬਦ ਜਿਹਨੂੰ ਵਿਪਰੀਤ ਸ਼ਬਦ ਕਿਹਾ ਜਾਂਦਾ, ਉਹ ਹੈ ਲਘੂ। ਲਘੂ ਮਤਲਬ ਛੋਟਾ, ਗੁਰੂ मतलब ਵੱਡਾ। ਜਿਹਨੂੰ ਬਹੁਤ ਜ਼ਿਆਦਾ ਗਿਆਨ ਹੈ ਉਹ ਗੁਰੂ ਹੈ ਔਰ ਜਿਹਨੂੰ ਘੱਟ ਗਿਆਨ ਹੈ, ਜੋ ਅਜੇ ਗਿਆਨ ਦੇ ਰਸਤੇ ਵਿੱਚ ਚੱਲ ਰਿਹਾ ਹੈ, ਉਹ ਸਿੱਖਣਾ ਚਾਹੁੰਦਾ, ਉਹ ਲਘੂ ਹੈ। ਔਰ ਹਰ ਇੱਕ ਲਘੂ ਜਿਹੜਾ ਹੈ ਉਹ ਗੁਰੂ ਕੋਲੋਂ ਸਿੱਖਦਾ ਹੈ ਔਰ ਗੁਰੂ ਦਾ ਫਰਜ਼ ਹੈ ਕਿ ਲਘੂ ਨੂੰ ਸਿਖਾਣਾ। ਜੋ ਵੀ ਗੁਰੂ ਜਾਣਦਾ ਹੈ ਉਹ ਲਘੂ ਨੂੰ ਸਿਖਾਣਾ। ਤੇ ਜੋ ਵੀ ਸਾਡੇ ਤੋਂ ਜ਼ਿਆਦਾ ਜਾਣਦਾ ਹੈ ਉਹ ਸਾਡੇ ਵਾਸਤੇ ਗੁਰੂ ਹੈ ਔਰ ਸਾਨੂੰ ਜਿਹੜਾ ਵੀ ਗੁਰੂ ਹੈ ਉਹਦੇ ਕੋਲੋਂ ਸ਼ਰਧਾ ਨਾਲ ਸਿੱਖਣਾ ਹੈ। ਹੁਣ ਇਹ ਜਿਹੜਾ ਵੇਦਾਂ ਦਾ ਸ਼ਲੋਕ ਹੈ, गुरु ब्रह्मा गुरु विष्णु गुरु देवो महेश्वरा गुरु साक्षात पर ब्रह्मा तस्मै श्री गुरुवे नमः। किन्ने ने तुहाडे चों ਇਹ ਸ਼ਲੋਕ ਸੁਣਿਆ ਹੋਇਆ ਪਹਿਲੇ? ਬਹੁਤ ਕਾਮਨ ਸ਼ਲੋਕ ਹੈ। ਤੁਸੀਂ ਹੈਂਡ ਰੇਜ਼ ਕਰਕੇ ਵੀ ਦੱਸ ਸਕਦੇ ਹੋ, ਤੁਸੀਂ ਅਨਮਿਊਟ ਕਰਕੇ ਵੀ ਦੱਸ ਸਕਦੇ ਹੋ। ਗੁਰੂ ਬ੍ਰਹਮਾ, ਨੀਤੂ ਕਪੂਰ, ਯਸ। ਗੁਰੂ ਵਿਸ਼ਨੂੰ, ਪੀਰ ਜੀ। ਗੁਰਦੇਵੋ ਮਹੇਸ਼ਵਰਾ, जी ने भी हैंड रेज किया। गुरु साक्षात पर ब्रह्मा तस्मै श्री गुरुवे नमः, प्रीति मेहरा जी। ਹੁਣ ਅਸੀਂ ਇਹ ਸ਼ਲੋਕ ਸੁਣਿਆ ਤੇ ਸਾਨੂੰ ਕੀ ਲੱਗਦਾ ਕਿਹੜਾ ਗੁਰੂ ਹੈ ਜਿਹੜਾ ਵਿਸ਼ਨੂੰ ਹੈ, ਮਹੇਸ਼ਵਰ ਹੈ, ਬ੍ਰਹਮਾ ਹੈ, ਪਰ ਬ੍ਰਹਮ ਹੈ, ਉਹਨੂੰ ਨਮਸਕਾਰ ਕਰਨੀ ਹੈ? ਕਿਹੜਾ ਗੁਰੂ ਹੈ? ਸਾਨੂੰ ਲੱਗਦਾ ਹੈ ਕਿ ਜਿਹੜਾ ਸਾਨੂੰ ਰਸਤਾ ਦੱਸ ਰਿਹਾ ਉਹ ਸਾਡਾ ਗੁਰੂ ਹੈ ਔਰ ਉਹੀ ਸਾਡੇ ਵਾਸਤੇ ਸਭ ਕੁਝ ਹੈ ਔਰ ਅਸੀਂ ਉਹਨੂੰ ਨਮਸਕਾਰ ਕਰਨੀ ਹੈ। ਅਗਰ ਮੈਂ ਇਹਨੂੰ ਥੋੜਾ ਹੋਰ ਖੋਲ ਕੇ ਦੱਸਾਂ ਤੇ ਸ਼ਾਇਦ ਸਾਰਿਆਂ ਦੇ ਮਨ ਵਿੱਚ ਆਹੀ ਆ ਰਿਹਾ ਹੋਏਗਾ ਕਿ ਪਤਰੀ ਜੀ ਸਾਡੇ ਗੁਰੂ ਨੇ, ਉਹਨਾਂ ਨੇ ਸਾਨੂੰ ਇਹ ਰਸਤਾ ਦੱਸਿਆ, ਸਾਡੇ ਵਾਸਤੇ ਉਹੀ ਸਭ ਕੁਝ ਨੇ ਔਰ ਅਸੀਂ ਉਹਨਾਂ ਨੂੰ ਚਰਨ ਵੰਦਨਾ ਕਰਨੀ, ਨਮਸਕਾਰ ਕਰਨੀ। ਕੀ ਇਸ ਤਰ੍ਹਾਂ ਹੀ ਲੱਗ ਰਿਹਾ ਕਿ ਅਸੀਂ ਐਸਾ ਹੀ ਸੋਚਨੇ ਆ ਕਿ ਅੱਜ ਦੇ ਟਾਈਮ ਤੇ ਪਤਰੀ ਜੀ ਸਾਨੂੰ ਦੱਸ ਰਹੇ ਨੇ ਤਾਂ ਉਹੀ ਸਾਡੇ ਗੁਰੂ ਨੇ? ਯਸ। लेकिन पत्री जी ने जो ਇਹਦਾ खोलिया भेद खोलिया, जो एक एक शब्द ਨੂੰ खोलिया, वो बिल्कुल ही अलग है।
ਇੰਨਾ अलग ही कि ਤੁਸੀਂ ਸੁਣੋਗੇ ਤੇ ਤੁਹਾਨੂੰ ਬਹੁਤ ਇਸ ਚੀਜ਼ ਦੀ ਸਮਝ ਆਏਗੀ ਕਿ ਪਹਿਲੇ ਤੇ ਸਾਨੂੰ ਇਹ ਪਤਾ ਚੱਲੇ ਕਿ ਗੁਰੂ ਬ੍ਰਹਮਾ, ਗੁਰੂ ਵਿਸ਼ਨੂੰ, ਗੁਰੂ ਦੇਵੋ ਮਹੇਸ਼ਵਰਾ, ਗੁਰੂ ਹੀ ਬ੍ਰਹਮਾ ਹੈ, ਗੁਰੂ ਹੀ ਵਿਸ਼ਨੂੰ ਹੈ, ਗੁਰੂ ਹੀ ਮਹੇਸ਼ਵਰ ਹੈ। लेकिन वो गुरु है कौन? ਕਿਹੜਾ ਗੁਰੂ ਹੈ ਜਿਹੜਾ ਬ੍ਰਹਮਾ, ਵਿਸ਼ਨੂੰ ਔਰ ਮਹੇਸ਼ ਹੈ ਔਰ ਜਿਹੜਾ ਸਾਖਸ਼ਾਤ ਪਰ ਬ੍ਰਹਮ ਹੈ? ਉਸ ਗੁਰੂ ਨੂੰ ਮੈਂ ਨਮਸਕਾਰ ਕਰਨੀ ਹੈ। ਉਹ ਕਿਹੜਾ ਗੁਰੂ ਹੈ? ਤਾਂ ਪਤਰੀ ਜੀ ਕਹਿੰਦੇ ਨੇ कि जो ब्रह्मा, ब्रह्मा का मतलब है कि जो सृष्टि का सृजन करने वाला, क्रिएटर। विष्णु मतलब जो पालन करता, जो सृष्टि की पालना कर रहा है। महेश्वरा जो सृष्टि का लय कर रहा है। साक्षात परब्रह्म, साक्षात परब्रह्म का मतलब जेड़ा हर समय हर जगह ते प्रेजेंट है। सुप्रीम पावर, वो सुप्रीम शक्ति जेड़ी हर समय हर जगह ते प्रेजेंट है, वो साक्षात परब्रह्म है। और उस गुरु ਨੂੰ मैं नमस्कार करना जेड़ा सृजन करता है, जेड़ा पालन करता है, जेड़ा लय करता है, जेड़ा हर समय हर जगह हर काल विच प्रेजेंट है। मैं उस गुरु ਨੂੰ नमन करना, नमस्कार करना। लेकिन वो गुरु कौन है जिहदे च सारे गुण ने? पत्री जी कहते ने कि यह जिहड़ियां तीन शक्तियां ने ब्रह्मांड दियां, सृजन करता, पालन करता, लय करता, क्रिएटर, सस्टेनर और डिस्ट्रॉयर, यही गुरु है। और यह जिहड़ियां शक्तियां ने साडे श्वास विच, साडा श्वास ही साडा गुरु है। कोई बाहर गुरु नहीं है साडा जिहदे असीं पैर छूने ने जाके और जिहदे कोलों असीं ज्ञान लेना है। साडा श्वास ही साडा गुरु है। हुण असीं यह देखांगे कि श्वास गुरु किस तरह है। हर एक श्वास सानू ब्रह्मांड नाल जोड़दा है, हर एक श्वास सानू अपने आप नाल जोड़दा है। और जब तक साडे श्वास चल रहे ने साडा जीवन बनिया होया। तो अगर असीं इहनूं थोड़ा जिहा होर डूंगा जाके समझीए ते श्वास जिहड़े ने साडे, साडा जीवन कित्थों शुरू होंदा है? श्वास तो। मां दे गर्भ विच की चल रहा है? श्वास चल रहे ने। ते मतलब क्रिएटर श्वास है साडा, ब्रह्मा श्वास है जो जीवन का सृजन कर रहा मां दे गर्भ विच, पालन करता, ओदी पालना भी कर रहा गर्भ विच। और गर्भ तो बाहर जिस वेले बच्चा आ जाता है, अगर ओदे श्वास ना चलन ते की तुसी ओनू रखोगे घर? कि तुसी ओनू कुछ दूध पिला सकते हो या तुसी ओनू कुछ दे सकते हो कि भी यह बच्चा पैदा होया? क्यों नहीं? क्योंकि श्वास नहीं चल रहे। ओदा पालन किस तरह होएगा? जब तक ओदे श्वास नहीं चलणगे ओदा पालन हो ही नहीं सकता। ओदे नाल किसी का कोई संबंध ही नहीं है, क्योंकि जीवन की शुरुआत ही नहीं हुई, सृजन ही नहीं होया। सृजन उन्ना ही होया कि बच्चा गर्भ तो बाहर आ गया, लेकिन पालन करता, पालन करने वास्ते हुण ओदे कोल श्वास नहीं ने। इस वास्ते ओदा जीवन उत्थे ही खत्म हो गया, लय हो गया जीवन का, जीवन उत्थे ही खत्म हो गया। ये श्वास नाल साडा जीवन शुरू होंदा है। श्वास ही साडे जीवन विच साडी पालना करदे ने। अज एक श्वास ना आवे ते उत्थे ही कहानी खत्म, स्टोरी दी एंड। साडा जीवन श्वास नाल शुरू होंदा है, श्वास नाल ही साडा पूरा जीवन चलदा है। और जिस वेले श्वास साडे शरीर नूं छोड़ दिंदे ने, साडे शरीर दा अंत हो जाता है। ते पत्री जी ये कहंदे ने जद साडा गुरु हर समय साडे नाल है ते असीं बाहर किहड़े गुरु नूं ढूंढ रहे, किहड़े गुरु कोलों असीं आशीर्वाद लेना चाहते हैं, किहड़े गुरु कोलों ज्ञान लेना चाहते हैं, जबकि साडा गुरु साडे नाल है हर वक्त हर समय। कोई ऐसा क्षण नहीं, कोई ऐसा पल नहीं जिस वेले साडा गुरु साडे नाल नहीं है। लेकिन असीं बाहर गुरु नूं ढूंढ रहे हां। गुरु हमेशा साडे नाल है, असीं गुरु नाल नहीं है। असीं एक विथ बनाईए, एक गैप बनाया होया है। गुरु है साडे नाल पर असीं गुरु दे नाल नहीं हां। गुरु साडे कोल है, असीं गुरु दे कोल नहीं हां। असीं दूरी बनाई हुई है। और असीं ऐसे वास्ते अपने श्वास गुरु नूं नमन करते हुए उस गुरु दे नाल रहना है। तां यह जिहड़ी विधि है ध्यान दी पत्री जी ने सानू दसी है, जो ग्रंथां विच भी लिखी हुई है, गुरु ग्रंथ साहब विच भी लिखी हुई है, वही विधि असीं अपनानी है कि गुरु साडा जो श्वास है वही साडा गुरु है, सृजन करता है। श्वास ही साडा पालन करता है और श्वास ही साडा लय करता है। गुरु ब्रह्मा, श्वास ही साडा ब्रह्मा है। गुरु विष्णु, श्वास ही साडा विष्णु है। गुरु देवो महेश्वरा, श्वास ही साडा शिव जी है। उन्होंने कह रहे ने गुरु साक्षात परब्रह्म कि हर जगह हर समय हर स्थान ते वो प्रेजेंट है। श्वास हर समय हर जगह हर स्थान ते तुहाडे नाल। और जो पर ब्रह्म
ਦੀ ਸ਼ਕਤੀ ਜੋ ਪਰਬ੍ਰਹਮ ਦਾ ਸਰੂਪ ਹੈ ਉਹੀ ਸਵਾਸਾਂ ਦਾ ਸਰੂਪ ਹੈ। ਕਹਿੰਦੇ ਨੇ ਪਰਬ੍ਰਹਮ ਨਿਰਾਕਾਰ ਹੈ, ਉਹਦਾ ਕੋਈ ਆਕਾਰ ਨਹੀਂ, ਉਹਦਾ ਕੋਈ ਰੂਪ ਨਹੀਂ, ਉਹਦਾ ਕੋਈ ਰੰਗ ਨਹੀਂ। ਸਵਾਸਾਂ ਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਕੋਈ ਆਕਾਰ ਨਹੀਂ। ਉਹੀ ਜਿਹੜੇ ਪਰਬ੍ਰਹਮ ਦੇ ਗੁਣ ਨੇ ਉਹੀ ਸਾਡੇ ਸਵਾਸਾਂ ਦੇ ਗੁਣ ਨੇ। ਸਵਾਸ ਕਿੱਥੋਂ ਆਉਂਦੇ ਨੇ ਸਾਨੂੰ ਨਹੀਂ ਪਤਾ, ਕਿੱਥੇ ਜਾਂਦੇ ਨੇ ਸਾਨੂੰ ਨਹੀਂ ਪਤਾ। ਇਹ ਸਵਾਸ ਅਗਰ ਅਸੀਂ ਗਹਿਰਾਈ ਨਾਲ ਇਹਨੂੰ ਹੋਰ ਡੂੰਘੇ ਜਾਈਏ ਤੇ ਸਾਨੂੰ ਇਹ ਪਤਾ ਚੱਲੇਗਾ ਕਿ ਇਹ ਸਵਾਸ ਉਸ ਡਿਵਾਈਨ ਸੋਰਸ એનર્ਜੀ ਦਾ ਜਿਹੜਾ ਸੋਰਸ ਹੈ ਉੱਥੋਂ ਹੀ ਆਉਂਦੇ ਨੇ। ਔਰ ਇਸ ਤਰ੍ਹਾਂ ਸਾਡੇ ਸਵਾਸ ਹੀ ਸਾਖਸ਼ਾਤ ਪਰਬ੍ਰਹਮ ਹੈ, ਕਿਉਂਕਿ ਉਹ ਪਰਬ੍ਰਹਮ ਦੇ ਦੇਸ਼ ਤੋਂ ਹੀ ਆਉਂਦੇ ਨੇ ਔਰ ਸਾਨੂੰ ਉੱਥੇ ਹੀ ਲੈ ਜਾਂਦੇ। ਉਹ ਸਵਾਸ ਜਿਹੜੇ ਸਾਡੇ ਨੇ ਹਰ ਸਮੇਂ, ਹਰ ਕਾਲ, ਹਰ ਸਥਿਤੀ ਵਿੱਚ ਸਾਡੇ ਨਾਲ ਹੀ ਨੇ। ਅਸੀਂ ਕਿੰਨੇ ਵੀ ਪਰੇਸ਼ਾਨ ਹੋਈਏ, ਕਿੰਨੇ ਵੀ ਦੁਖੀ ਹੋਈਏ, ਅਸੀਂ ਕੋਮਾ ਵਿੱਚ ਚਲੇ ਜਾਈਏ, ਤਾਂ ਵੀ ਸਵਾਸ ਸਾਡੇ ਸਮੇਂ, ਹਰ ਸਮੇਂ ਸਾਡੇ ਨਾਲ ਨੇ। ਔਰ ਜਿਸ ਵੇਲੇ ਸਵਾਸ ਸਾਡਾ ਸਾਥ ਛੱਡ ਦਿੰਦੇ ਨੇ ਉਸ ਵਕਤ ਸਾਡਾ ਲੈ ਹੋ ਜਾਂਦਾ ਹੈ, ਸਾਡਾ ਜੀਵਨ ਸਮਾਪਤ ਹੋ ਜਾਂਦਾ ਹੈ। ਤੇ ਇਹ ਜਿਹੜੇ ਸਵਾਸ ਗੁਰੂ ਹੈ ਇਹ ਹੀ ਸਾਖਸ਼ਾਤ ਪਰਬ੍ਰਹਮ ਹੈ। ਅਗਰ ਅਸੀਂ ਸਾਖਸ਼ਾਤ ਪਰਬ੍ਰਹਮ ਦਾ ਦਰਸ਼ਨ ਕਰਨਾ ਹੈ ਤੇ ਅਸੀਂ ਆਪਣੇ ਸਵਾਸਾਂ ਨਾਲ ਹੀ ਜੁੜਨਾ ਹੈ, ਹੋਰ ਕੋਈ ਰਸਤਾ ਨਹੀਂ ਹੈ ਉਸ ਪਰਬ੍ਰਹਮ ਦਾ ਦਰਸ਼ਨ ਕਰਨ ਦਾ। ਔਰ ਮੈਂ ਇਸ ਵਾਸਤੇ ਤਸਮੇ ਸ਼੍ਰੀ ਗੁਰੂਵੇ ਨਮਾ, ਇਸ ਵਾਸਤੇ ਮੈਂ ਆਪਣੇ ਸਵਾਸ ਗੁਰੂ ਨੂੰ ਨਮਸਕਾਰ ਕਰਦਾ ਹਾਂ, ਜਿਹੜਾ ਬ੍ਰਹਮਾ ਹੈ, ਵਿਸ਼ਨੂੰ ਹੈ ਮੇਰੇ ਲਈ, ਮਹੇਸ਼ਵਰ ਹੈ, ਔਰ ਜਿਹੜਾ ਮੇਰੇ ਲਈ ਸਾਖਸ਼ਾਤ ਪਰਬ੍ਰਹਮ ਹੈ। ਹੁਣ ਜਿਸ ਵੇਲੇ ਅਸੀਂ ਸਵਾਸਾਂ ਨਾਲ ਇੱਕ ਹੋ ਜਾਵਾਂਗੇ, ਜਿਸ ਵੇਲੇ ਅਸੀਂ ਆਪਣੀਆਂ ਇਹਨਾਂ ਤਿੰਨੋਂ ਸ਼ਕਤੀਆਂ ਨੂੰ ਪਹਿਚਾਨਾਂਗੇ ਤੇ ਅਸੀਂ ਆਪਣੇ ਹੀ ਪਰਬ੍ਰਹਮ ਸਰੂਪ ਦੇ ਦਰਸ਼ਨ ਕਰ ਲਾਂਗੇ। ਕੋਈ ਬਾਹਰ ਪਰਬ੍ਰਹਮ ਨਹੀਂ ਹੈ, ਕੋਈ ਬਾਹਰ ਗੁਰੂ ਨਹੀਂ ਹੈ, ਕੋਈ ਬਾਹਰ ਪਰਮਾਤਮਾ ਨਹੀਂ ਹੈ। ਅਸੀਂ ਹੀ ਪਰਮਾਤਮਾ ਹਾਂ, ਅਸੀਂ ਹੀ ਬ੍ਰਹਮਾ ਵਿਸ਼ਨੂੰ ਮਹੇਸ਼ ਦੀਆਂ ਸ਼ਕਤੀਆਂ ਸਾਡੇ ਅੰਦਰ ਨੇ। ਅਸੀਂ ਆਪਣੇ ਸਵਾਸਾਂ ਨਾਲ ਜੁੜ ਕੇ ਉਹਨਾਂ ਸ਼ਕਤੀਆਂ ਨੂੰ ਪਹਿਚਾਨਣਾ ਹੈ। ਗੁਰੂ ਬਿਨਾਂ ਧਿਆਨ ਨਹੀਂ। ਜਦ ਤੱਕ ਅਸੀਂ ਧਿਆਨ ਨਹੀਂ ਕਰਾਂਗੇ ਤਦ ਤੱਕ ਸਾਡਾ ਕੁਝ ਨਹੀਂ ਹੋਏਗਾ। ਅਸੀਂ ਹਰ ਵੇਲੇ ਪਤਰੀ ਸਰ ਕੋਲ ਬੈਠੇ ਰਹੀਏ, ਉਹਨਾਂ ਦਾ ਗਿਆਨ ਸੁਣਦੇ ਰਹੀਏ, ਲੇਕਿਨ ਅੱਖਾਂ ਬੰਦ ਕਰਕੇ ਜਦ ਤੱਕ ਅਸੀਂ ਆਪਣੇ ਅੰਦਰ ਨਹੀਂ ਜਾਵਾਂਗੇ ਧਿਆਨ ਨਹੀਂ ਹੋਏਗਾ। ਧਿਆਨ ਘਟਿਤ ਹੋ ਹੀ ਨਹੀਂ ਸਕਦਾ। ਔਰ ਉਹ ਗੁਰੂ ਜਿਹੜਾ ਸਾਨੂੰ ਧਿਆਨ ਵਿੱਚ ਲੈ ਕੇ ਜਾਏਗਾ ਉਹ ਕੋਈ ਬਾਹਰ ਨਹੀਂ ਹੈ, ਉਹ ਸਾਡੇ ਸਵਾਸ ਹੀ ਨੇ ਜਿਹੜੇ ਸਾਨੂੰ ਧਿਆਨ ਦੀਆਂ ਗਹਿਰਾਈਆਂ ਵਿੱਚ, ਸਮਾਧੀ ਦੀਆਂ ਗਹਿਰਾਈਆਂ ਵਿੱਚ ਲੈ ਕੇ ਜਾਣਗੇ। ਔਰ ਜਿਸ ਵੇਲੇ ਅਸੀਂ ਆਪਣੇ ਸਵਾਸ ਗੁਰੂ ਨਾਲ ਧਿਆਨ ਵਿੱਚ ਉਤਰਾਂਗੇ ਤੇ ਫਿਰ ਸਾਨੂੰ ਗਿਆਨ ਮਿਲੇਗਾ। ਔਰ ਜਦ ਤੱਕ ਅਸੀਂ ਧਿਆਨ ਵਿੱਚ ਨਹੀਂ ਉਤਰਾਂਗੇ ਕੋਈ ਗਿਆਨ ਨਹੀਂ ਹੈ। ਕਿਤਨਾ ਹੀ ਅਸੀਂ ਬਾਹਰੋਂ ਗਿਆਨ ਸੁਣ ਲਈਏ, ਜਦ ਤੱਕ ਅਸੀਂ ਸਵਾਸਾਂ ਨਾਲ ਇੱਕ ਹੋ ਕੇ ਆਪਣੇ ਅੰਦਰੋਂ ਗਿਆਨ ਨਹੀਂ ਲਵਾਂਗੇ ਤਦ ਤੱਕ ਸਾਨੂੰ ਮੁਕਤੀ ਨਹੀਂ ਮਿਲੇਗੀ। ਸਵਾਸਾਂ ਨਾਲ ਜੁੜ ਕੇ ਅਸੀਂ ਧਿਆਨ ਕਰਨਾ ਹੈ, ਫਿਰ ਸਾਨੂੰ ਆਪਣੇ ਹੀ ਸਵਾਸਾਂ ਤੋਂ ਗਿਆਨ ਮਿਲੇਗਾ। ਔਰ ਫਿਰ ਜਿਉਂ-ਜਿਉਂ ਸਾਨੂੰ ਗਿਆਨ ਮਿਲੇਗਾ ਉਸ ਗਿਆਨ ਨਾਲ ਅਸੀਂ ਜੀਵਨ ਜੀਵਾਂਗੇ ਤੇ ਸਾਡੀ ਮੁਕਤੀ ਹੋ ਜਾਏਗੀ। ਇਸ ਵਾਸਤੇ ਸਵਾਸਾਂ ਬਿਨਾਂ ਧਿਆਨ ਨਹੀਂ, ਸਵਾਸਾਂ ਬਿਨਾਂ ਗਿਆਨ ਨਹੀਂ, ਸਵਾਸਾਂ ਬਿਨਾਂ ਮੁਕਤੀ ਨਹੀਂ। ਗੁਰੂ ਬਿਨਾਂ ਧਿਆਨ ਨਹੀਂ, ਗੁਰੂ ਬਿਨਾਂ ਗਿਆਨ ਨਹੀਂ, ਗੁਰੂ ਬਿਨਾਂ ਮੁਕਤੀ ਨਹੀਂ। ਔਰ ਉਹ ਗੁਰੂ ਨੇ ਸਾਡੇ ਸਵਾਸ। ਸਾਡੇ ਸਵਾਸ ਹੀ ਸਾਡੇ ਸਿਰਜਣ ਕਰਤਾ ਨੇ, ਸਾਡੇ ਸਵਾਸ ਹੀ ਸਾਡੇ ਪਾਲਣ ਕਰਤਾ ਨੇ, ਔਰ ਸਾਡੇ ਸਵਾਸ ਹੀ ਸਾਡੇ ਲੈ ਕਰਤਾ ਨੇ, ਜੋ ਸਾਡੀ ਜ਼ਿੰਦਗੀ ਇੱਕ ਜਗ੍ਹਾ ਤੇ ਆ ਕੇ ਸਵਾਸ ਦੇ ਜਾਣ ਨਾਲ ਖਤਮ ਹੋ ਜਾਂਦੀ ਹੈ। ਹੁਣ ਐਸੇ ਸ਼ਲੋਕ ਨੂੰ ਜਿਹੜਾ ਅਸੀਂ ਇੱਕ ਹੋਰ ਸ਼ਲੋਕ ਬਾਰ-ਬਾਰ ਸੁਣਨੇ ਆ ਔਰ ਬਹੁਤ ਹੀ ਸਾਨੂੰ ਸਾਰਿਆਂ ਨੂੰ ਪਸੰਦ ਆਂਦਾ ਹੈ। ਗੁਰੂ ਗੋਬਿੰਦ ਦੋ ਖੜੇ ਕਾਕੇ ਲਾਗੂ ਪਾਏ, ਬਲਿਹਾਰੀ ਗੁਰ ਆਪਣੇ ਗੋਬਿੰਦ ਦਿਓ ਬਤਾਏ। ਇਹਦਾ ਵੀ ਅਰਥ ਅਸੀਂ ਇਹੀ ਸਮਝਦੇ ਹਾਂ ਕਿ ਗੁਰੂ ਔਰ ਗੋਬਿੰਦ ਦੋਨੋਂ ਖੜੇ ਨੇ ਤੇ ਅਸੀਂ ਕਿਹਦੇ ਪਾਂਵ ਲੱਗੀਏ, ਕਿਉਂਕਿ ਸਾਨੂੰ ਗੁਰੂ ਨੇ ਗੋਬਿੰਦ ਮਿਲਾਤਾ ਤੇ ਅਸੀਂ ਗੋਬਿੰਦ ਦੇ ਪਾਂਵ ਛੂ ਲਈਏ। ਲੇਕਿਨ ਮੈਂ ਪਤਰੀ ਸਰ ਨਾਲ ਇੱਕ ਵਾਰ ਲਖਨਊ ਗਈ ਸੀ ਔਰ ਉੱਥੇ ਕੋਈ ਵਿਚਾਰ ਚੱਲ ਰਹੀ ਸੀ, ਤਾਂ ਬੈਠੇ ਹੋਏ ਸੀ ਤਾਂ ਪਤਰੀ ਜੀ ਨੇ ਕਿਹਾ ਕਿ ਇਹ ਜਿਹੜਾ ਅਸੀਂ ਸ਼ਲੋਕ ਸੁਣਨੇ ਆ, ਪੜ੍ਹਨੇ ਆ ਕਿ ਗੁਰੂ ਗੋਬਿੰਦ ਦੋ ਖੜੇ ਕਾਕੇ ਲਾਗੂ ਪਾਏ, ਬਲਿਹਾਰੀ ਗੁਰ ਆਪਣੇ ਗੋਬਿੰਦ ਦਿਓ ਮਿਲਾਏ, ਇਹਦਾ ਅਰਥ ਹੈ ਨਹੀਂ ਹੈ ਜੋ ਅਸੀਂ ਸਮਝਦੇ ਹਾਂ। ਇਹਦਾ ਵੀ ਆਤਮਿਕ ਅਰਥ, ਗਹਿਰਾਈ ਦਾ ਅਰਥ ਹੈ ਕਿ ਗੁਰੂ ਗੋਬਿੰਦ ਦੋ ਖੜੇ ਸਾਡੇ ਅੰਦਰ ਹੀ ਨੇ। ਗੁਰੂ ਵੀ ਸਾਡੇ ਅੰਦਰ ਹੈ, ਗੋਬਿੰਦ ਵੀ ਸਾਡੇ ਅੰਦਰ, ਦੋਨੋਂ ਖੜੇ ਨੇ ਅੰਦਰ। ਕਿਹਦੇ ਪੈਰ ਪੜਾ, ਕਿਹਦੇ ਪਾਂਵ ਛੂਆਂ ਮੈਂ, ਕਿਹਨੂੰ ਨਮਸਕਾਰ ਕਰਾਂ, ਕਿਹਦੇ ਚਰਨਾਂ ਨੂੰ ਸਪਰਸ਼ ਕਰਾਂ। ਤੇ ਪਤਰੀ ਜੀ ਕਹਿੰਦੇ ਨੇ ਬਲਿਹਾਰੀ ਗੁਰੂ ਆਪਣੇ, ਆਪਣੇ ਸਵਾਸ ਰੂਪੀ ਗੁਰੂ ਦੇ ਮੈਂ ਬਲਿਹਾਰ ਜਾਣਾ ਵਾਂ, ਜਿਸਨੇ ਮੈਨੂੰ ਗੋਬਿੰਦ ਮਿਲਵਾ ਦਿੱਤਾ, ਜਿਸਨੇ ਮੈਨੂੰ ਪਰਮਾਤਮਾ ਦਾ ਪਤਾ ਦੇ ਦਿੱਤਾ। ਬਾਹਰ ਕੋਈ ਵੀ ਗੁਰੂ ਤੁਹਾਨੂੰ ਪਰਮਾਤਮਾ ਨਾਲ ਨਹੀਂ ਮਿਲਵਾ ਸਕਦਾ। ਗੁਰੂ ਰਸਤਾ ਦੱਸ ਸਕਦਾ ਹੈ, ਗੁਰੂ ਉਹ ਜੋ ਤੁਹਾਨੂੰ ਅੰਧਕਾਰ ਤੋਂ ਪ੍ਰਕਾਸ਼ ਵਿੱਚ ਲੈ ਜਾਏ, ਲੇਕਿਨ ਅਸਲੀ ਤੁਹਾਡੇ ਗੁਰੂ ਤੁਹਾਡੇ ਸਵਾਸ ਹੀ ਨੇ। ਸਵਾਸ ਵੀ ਸਾਡੇ ਅੰਦਰ ਨੇ, ਪਰਮਾਤਮਾ ਵੀ ਸਾਡੇ ਅੰਦਰ ਨੇ, ਦੋਨੋਂ ਸਾਡੇ ਅੰਦਰ ਨੇ। ਅਸੀਂ ਕਿਹਦੇ ਪਹਿਲੇ ਪੈਰ ਪਕੜਨੇ ਨੇ?
पहले पैर असी पकड़ने ने अपने श्वास गुरु दे, अपने श्वास गुरु दे चरनां विच बैठना है और यह श्वास गुरु ही सानू गोबिंद नाल पर ब्रह्म नाल मिलवाएगा है। कबीर जी का श्लोक है। लेकिन अगर सीधा सीधा असी अज तक असी इस अर्थ समझते रहे ते यही समझते रहे कि गुरु और गोबिंद दोवे खड़े ने और पहले गुरु दे चरनां ते नमस्कार करनी है क्योंकि गुरु ने गोबिंद नूं मिलवा दिता। लेकिन यह अंदर दी गल है, बाहर दी गल नहीं। अंदर असी अपने श्वास गुरु नूं नमस्कार करनी है, ओदे तो बलिहार जाना है, ओदे तो कुर्बान जाना है जिन्ने सानू गोबिंद दा पता दिता और गोबिंद नाल मिलवा दिता। और मिलवाया किदे नाल? श्वास गुरु ने। श्वास गुरु ने सानू साडे नाल मिलवाया और सानू ए गुप्त रहस्य दसिया कि मैं ही गोबिंद हाँ, बाहर गोबिंद नहीं है जिन्हों मैं ढूंढना है, मैं ही गोबिंद हाँ। और जिस वेले असी श्वासां नाल इक हो जाने आ ते असी अपने उस स्वरूप नूं पहचान जाने आ। और अगर असी बाणी दी गल करिए ते श्री गुरु अर्जन देव जी ने गुरु ग्रंथ साहब विच जिहड़ा एक शब्द है, अगर तुसी बाद विचों, मैं पूरा ते नहीं लिखिया, अगर तुसी बाद विच उस शब्द नूं गहराई नाल देखोगे, पढ़ोगे या सुनोगे तो तुहानू एक एक चीज जो ग्रंथां वेदां विच लिखिया ਉਹੀ गुरु ग्रंथ साहब विच गुरु अर्जन देव जी ने लिखिया। गुर मेरी पूजा, गुरु गोबिंद, गुरु ही मेरी पूजा है। मैं होर किहदी पूजा करा? मैं उस गुरु दी ही पूजा करनी है। वही मेरा गोबिंद है, वही मेरा पार ब्रह्म है, वही मेरा भगवंत है, वही मेरा गुरु ही मेरा ज्ञान है, गुरु ही मेरे हृदय का ध्यान है। और गुरु जो है वही पूर्ण पुरख भगवान है। और मैं उस गुरु दी शरण विच हमेशा कर जोड़ मतलब हथ जोड़ के रहना है। तो वो गुरु साडा केड़ा है? कोई बाहर गुरु नहीं है वो जिहदी असी पूजा करनी है, जिहड़ा साडा ब्रह्मा विष्णु महेश है, जिहदा असी ध्यान करना है, जिहदे कोलों असी ज्ञान लेना है, जिहड़ा साक्षात पर ब्रह्म है, जिहदी शरण विच असी हथ जोड़ के रहना है, वो गुरु साडा श्वास है। और एक जगह ते यह भी किया, गुरु बिना मैं नाही होर, गुरु तो बिना होर कोई मेरा है ही नहीं। अपना गुरु त्याए मिल कुशल सेती कर आए। ऐ नहीं क्या कि तू इस गुरु की पूजा कर, उस गुरु का ध्यान कर, इस गुरु का ध्यान कर। किन्ना पर्सनलाइज्ड, किन्ना एनू दसिया सानू खोल के समझा के कि अपना गुरु, हुण अपना गुरु कौन है? कौन है मेरा अपना गुरु? जिहड़ा बिल्कुल मेरा अपना ही है। असीं कहने ना ए मेरा अपना है, जिस दे नाल साडा बड़ा प्यार हुंदा, असीं कहने ए मेरा अपना है। कौन है वो अपना गुरु? वो अपना गुरु साडा श्वास है, जिहड़ा हर वक्त साडे नाल है। और जिस वेले असीं श्वासां दा ध्यान करांगे, चारों तरफ खुशियां ही खुशियां, आनंद ही आनंद आ जाएगा। और जिहड़ा साडा मन बाहर भज रहा है वो घर वापस आ जाएगा, अपने घर विच आके टिक जाएगा। ते असीं हमेशा हर वक्त अपने गुरु दा ही ध्यान करना है। और ऐसे चीज नूं आज साइंस प्रूव कर रही है एक अलग तरीके नाल कि साडे जिहड़े एटम ने, शरीर दे साडे जिहड़े अणु ने, जिहड़े एटम ने, उन्हां विच 3 शक्तियां काम कर रही ने, प्रोटॉन, न्यूट्रॉन, इलेक्ट्रॉन। जिहड़े भी साडे बॉडी दे एलीमेंट्स, जिहड़े भी साडे मैटर जिहड़ा भी बन रहा है, वो मैटर किस तरह बन रहा है? वो इन्हां 3 शक्तियां नाल बन रहा है, प्रोटॉन, न्यूट्रॉन, इलेक्ट्रॉन। प्रोटॉन पॉजिटिव शक्ति, न्यूट्रॉन न्यूट्रल शक्ति, इलेक्ट्रॉन नेगेटिव। प्लस माइनस दोनों जिस वेले मिलते ने ते एक नवा सृजन हुंदा। ਹੁਣ ਇਹ ਜਿਹੜੇ ਨੇ ਪ੍ਰੋਟੋਨ, ਨਿਊਟਰੋਨ ਔਰ ਇਲੈਕਟ੍ਰੋਨ ਨੇ, ਇਹਨਾਂ ਨੂੰ ਪ੍ਰੋਟੋਨ ਨੂੰ ਕਿਹਾ ਗਿਆ ਹੈ ਕਿ ਇਹ ਕ੍ਰੀਏਟਰ ਸ਼ਕਤੀ ਹੈ ਜੋ ਕ੍ਰੀਏਸ਼ਨ ਕਰਦੀ ਹੈ। ਨਿਊਟਰੋਨ ਸ਼ਕਤੀ ਜਿਹੜੀ ਹੈ ਉਹ ਉਸ ਕ੍ਰੀਏਸ਼ਨ ਨੂੰ ਅੱਗੇ ਚਲਾਉਂਦੀ ਹੈ, ਪਾਲਨ ਕਰਦੀ ਹੈ ਉਹਦਾ। ਔਰ ਇਲੈਕਟ੍ਰੋਨ ਜਿਹੜੀ ਸ਼ਕਤੀ ਹੈ ਉਹ ਉਸ ਐਟਮ ਨੂੰ, ਉਸ ਜਿਹੜੀ ਅਣੂ ਹੈ ਉਹਦਾ ਲੈ ਕਰਦੀ ਹੈ। और यह तीनों शक्तियां निरंतर साडे शरीर विच हर पल काम कर रही ने, प्रोटॉन, न्यूट्रॉन, इलैक्ट्रॉन। अगर असीं इहनूं वेदां दी भाषा विच कहिए ते ब्रह्मा विष्णु महेश। हर समय साडे शरीर विच नवे सैल बन रहे ने। कौन बना रहा है? कोई ते शक्ति है जिहड़ी बना रही है। हर समय नवे सैल जिहड़े बन गए ने, उन्हां दी परवरिश अंदर ही हो रही है, तां ही असीं जिंदा हां। और जिहड़े पुराने सैल ने साडे शरीर तो मृत सैल जिहड़े ने साडे शरीर तो बाहर जा रहे हैं। ते तीनों शक्तियां निरंतर लगातार दिन रात बिना थके बिना रुके साडे शरीर च काम कर रही हैं। और यह जिहड़ियां शक्तियां साडे शरीर च काम कर रही ने, असीं अगर देखिए, आज मैं अगर अपना चेहरा देखनी आ तो मैनूं लगेगा कि हाँ ठीक है, मैं मेरा ज्यादा बदलिया नहीं चेहरा। लेकिन अगर मैं अपनी 20 साल पुरानी कोई फोटो देखनी आ तो मैनूं पता चलता है कि 20 सालां विच मेरा चेहरा कितना बदल गया।
किस तरह बदल गया। यह बदलाव अचानक नहीं होया, हर पल हर क्षण बदलाव हो रहा है, लेकिन असी बदलाव नूं महसूस नहीं करते। ਅਸੀਂ ਬਦਲਾਵ ਨਾਲ ਸੰਘਰਸ਼ ਕਰਨੇ ਆ ਕਿ ਸਾਨੂੰ ਬਦਲਾਵ ਨਹੀਂ ਚਾਹੀਦਾ, ਮੈਂ ਤੇ ਜਵਾਨ ਹੀ ਰਹਿਣਾ, ਮੈਂ ਤਾਂ ਬੁੱਢੇ ਹੋਣਾ ਹੀ ਨਹੀਂ। ਅਸੀਂ ਸੰਘਰਸ਼ ਕਰਨੇ ਆ ਉਸ ਸ਼ਕਤੀ ਨਾਲ, ਲੇਕਿਨ ਅਸੀਂ ਸੰਘਰਸ਼ ਕਰ ਨਹੀਂ ਸਕਦੇ। ਉਹ ਸ਼ਕਤੀ ਨੇ ਆਪਣਾ ਕੰਮ ਕਰਦੀ ਰਹਿਣਾ, ਅਸੀਂ ਆਪਣੇ ਆਪ ਨੂੰ ਕਿੰਨਾ ਵੀ ਸਵਾਰਦੇ ਰਹੀਏ, ਕਿੰਨਾ ਵੀ ਧਿਆਨ ਰੱਖੀਏ ਆਪਣਾ, ਲੇਕਿਨ ਇਹ ਜਿਹੜੀਆਂ ਕੁਦਰਤ ਦੀਆਂ ਸ਼ਕਤੀਆਂ ਨਿਰੰਤਰ ਸਾਡੇ ਅੰਦਰ ਕੰਮ ਕਰ ਰਹੀਆਂ ਨੇ, ਸਿਰਜਣ ਕਰ ਰਹੀਆਂ ਨੇ, ਪਾਲਣ ਕਰ ਰਹੀਆਂ ਨੇ, ਲੈ ਕਰ ਰਹੀਆਂ। ਔਰ ਇਹ ਚੱਲ ਕਿਸ ਤਰ੍ਹਾਂ ਰਹੀਆਂ ਨੇ ਇਹ ਤਿੰਨੋਂ ਸ਼ਕਤੀਆਂ? ਤਿੰਨੋਂ ਸ਼ਕਤੀਆਂ ਸਾਡੇ ਸਵਾਸਾਂ ਨਾਲ ਚੱਲ ਰਹੀਆਂ ਨੇ। ਅੱਜ ਅਗਰ ਸਵਾਸ ਸਾਡੇ ਨਿਕਲ ਜਾਣ ਤੇ ਤਿੰਨੋਂ ਸ਼ਕਤੀਆਂ ਨਿਕਲ ਗਈਆਂ ਸਾਡੇ ਅੰਦਰੋਂ, ਨਾ ਅਸੀਂ ਕੁਝ ਸਿਰਜਣ ਕਰ ਸਕਨੇ ਆ, ਨਾ ਕੁਝ ਪਾਲਣ ਹੋਏਗਾ, ਨਾ ਕੁਝ ਹੋਏਗਾ, ਲੈ ਹੋ ਗਿਆ। ਹੁਣ ਸਭ ਤਿੰਨੋਂ ਸ਼ਕਤੀਆਂ ਆਪਣਾ ਜਿੱਥੋਂ ਆਈਆਂ ਸੀ ਉੱਥੇ ਚਲੀਆਂ ਗਈਆਂ। ਲੇਕਿਨ ਇਹਨਾਂ ਦਾ ਕਨੈਕਸ਼ਨ ਕੀ ਹੈ? ਤਿੰਨੋਂ ਸ਼ਕਤੀਆਂ ਦਾ ਇਹਨਾਂ ਦਾ ਕਨੈਕਸ਼ਨ ਜਿਹੜਾ ਡਿਵਾਈਨ ਨਾਲ ਇਹਦਾ ਕਨੈਕਸ਼ਨ ਹੈ ਤਿੰਨੋਂ ਸ਼ਕਤੀਆਂ ਦੇ ਕੰਮ ਕਰਨ ਦਾ, ਉਹਦੀ ਜਿਹੜੀ ਤਾਰ ਹੈ ਉਹ ਸਾਡੇ ਸਵਾਸ। ਪਰ ਜਿਸ ਵੇਲੇ ਅਸੀਂ ਆਪਣੇ ਸਵਾਸਾਂ ਨਾਲ ਜੁੜਨੇ ਆ ਤੇ ਅਸੀਂ ਆਪਣੀਆਂ ਸ਼ਕਤੀਆਂ ਨੂੰ ਪਹਿਚਾਨ ਸਕਦੇ ਹਾਂ, ਆਪਣੀਆਂ ਸ਼ਕਤੀਆਂ ਦੇ ਪ੍ਰਤੀ ਜਾਗਰੂਕ ਹੋ ਸਕਨੇ ਆ, ਕਿਉਂਕਿ ਅਸੀਂ ਹੀ ਕ੍ਰੀਏਟਰ ਹਾਂ ਆਪਣੇ, ਅਸੀਂ ਹੀ ਸਸਟੇਨਰ ਹਾਂ, ਅਸੀਂ ਹੀ ਡਿਸਟਰੋਇਰ ਹਾਂ। ਅਸੀਂ ਆਪਣੀ ਪਾਵਰ ਨੂੰ ਪਹਿਚਾਨਣਾ ਹੈ, ਔਰ ਜੋ ਅਸੀਂ ਸਵਾਸਾਂ ਨਾਲ ਜੁੜ ਕੇ ਆਪਣੀ ਪਾਵਰ ਨੂੰ ਪਹਿਚਾਨਾਂਗੇ ਤਾਂ ਮਹਰਿਸ਼ੀ ਪਤੰਜਲੀ ਇਹ ਕਹਿੰਦੇ ਨੇ ਕਿ ਫਿਰ ਹੋਏਗਾ ਕੀ। योग ਜਿਹੜਾ ਸ਼ਾਸਤਰ ਹੈ ਉਹਨਾਂ ਵਿੱਚ ਉਹਨਾਂ ਨੇ ਇੱਕ ਬਾਰੀਕੀ ਇਸੇ ਤਰ੍ਹਾਂ ਲਈ ਹੈ, ਫਿਰ ਕਦੀ ਉਹਦੇ ਬਾਰੇ ਚ ਗੱਲ ਕਰਾਂਗੇ। ਉਹ ਕਹਿੰਦੇ ਨੇ ਜਿਸ ਵੇਲੇ ਤੁਸੀਂ ਸਵਾਸਾਂ ਨਾਲ ਇੱਕੋ ਜਾਓਗੇ, ਤੁਹਾਡੇ ਮਨ ਦੀਆਂ ਸਾਰੀਆਂ ਜਿਹੜੀਆਂ ਘੁੰਮਣ ਘੇਰੀਆਂ ਨੇ ਉਹ ਰੁਕ ਜਾਣਗੀਆਂ ਤੇ ਤੁਸੀਂ ਆਪਣੇ ਸਵਰੂਪ ਨੂੰ ਪਹਿਚਾਨ ਲੋਗੇ, ਆਪਣੇ ਨਿਜ ਘਰ ਵਿੱਚ ਸਥਿਤ ਹੋ ਜਾਓਗੇ। ਸਵਰੂਪ ਅਵਸਥਾਨਮ, ਆਪਣੇ ਸਵਰੂਪ ਨੂੰ ਪਹਿਚਾਨ ਕੇ ਆਪਣੇ ਨਿਜ ਘਰ ਚ ਨਿਜ ਸਥਾਨ ਤੇ ਸਥਿਤ ਹੋ ਜਾਓਗੇ, ਔਰ ਉਹੀ ਸਮਾਧੀ ਦੀ ਅਵਸਥਾ ਹੈ। ਔਰ ਇਸ ਅਵਸਥਾ ਨੂੰ ਪਾਉਣ ਲਈ ਅਸੀਂ ਆਪਣੇ ਸਵਾਸਾਂ ਨਾਲ ਇੱਕੋ ਹੋਣਾ ਹੈ। ਤਾਂ ਹੀ ਪਤਰੀ ਜੀ ਬਾਰ-ਬਾਰ ਸਾਨੂੰ ਸਮਝਾਉਂਦੇ ਨੇ, ਯੂ ਕ੍ਰੀਏਟ ਯੂਰ ਓਨ ਰਿਐਲਿਟੀ। ਕਿ ਆਪਣੀ ਰਿਐਲਿਟੀ ਪਲ-ਪਲ ਆਪ ਕ੍ਰੀਏਟ ਕਰ ਰਹੇ ਹਾਂ, ਕਿਉਂਕਿ ਸਾਨੂੰ ਆਪਣੀਆਂ ਸ਼ਕਤੀਆਂ ਦਾ ਪਤਾ ਨਹੀਂ ਹੈ। ਅਸੀਂ ਉਹਨਾਂ ਸ਼ਕਤੀਆਂ ਦਾ ਇਸਤੇਮਾਲ ਸਹੀ ਤਰੀਕੇ ਨਾਲ ਨਹੀਂ ਕਰ ਰਹੇ, ਅਸੀਂ ਦੁਖੀ ਹੋ ਰਹੇ ਹਾਂ। ਤੇ ਜਿਉਂ-ਜਿਉਂ ਅਸੀਂ ਆਪਣੀਆਂ ਸ਼ਕਤੀਆਂ ਨੂੰ ਪਹਿਚਾਨਾਂਗੇ, ਆਪਣੇ ਸਵਾਸਾਂ ਨਾਲ ਇੱਕ ਹੋਵਾਂਗੇ, ਸਵਾਸਾਂ ਦੀ ਸ਼ਕਤੀ ਨੂੰ ਪਹਿਚਾਨਾਂਗੇ, ਤਿਉਂ-ਤਿਉਂ ਅਸੀਂ ਆਪਣੀਆਂ ਸ਼ਕਤੀਆਂ ਨੂੰ ਪਹਿਚਾਨ ਕੇ ਉਹਨਾਂ ਦਾ ਸਹੀ ਉਪਯੋਗ ਕਰਾਂਗੇ, ਸਹੀ ਇਸਤੇਮਾਲ ਕਰਾਂਗੇ। ਤੇ ਪਤਰੀ ਜੀ ਕਹਿੰਦੇ ਇਸ ਗੱਲ ਦੀ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਸ਼ਵਾਸ ਗੁਰੂ ਸਾਡੇ ਨਾਲ ਹੈ, ਫਿਰ ਗੁਰੂ ਸਾਡੇ ਕੋਲ ਹੈ, ਔਰ ਅਸੀਂ ਬਾਹਰ ਗੁਰੂ ਨੂੰ ਢੂੰਡ ਰਹੇ ਹਾਂ। ਅਸੀਂ ਦੌੜ ਲਗਾਈਏ ਬਾਹਰ ਕਿ ਸਾਨੂੰ ਬਾਹਰ ਗੁਰੂ ਮਿਲੇਗਾ। ਔਰ ਬੜੀ ਅਦਭੁਤ ਇੱਕ ਚਮਤਕਾਰਿਕ ਗੱਲ ਇਹ ਵੀ ਹੈ ਕਿ ਅਗਰ ਤੁਹਾਨੂੰ ਸ਼ਵਾਸਾਂ ਨਾਲ ਜੁੜਨਾ ਆ ਗਿਆ, ਕਿਸੇ ਵੀ ਤਰ੍ਹਾਂ ਨਾਲ, ਕਿਧਰੋਂ ਵੀ ਤੁਸੀਂ ਸੁਣ ਲਿਆ, ਸਿੱਖ ਲਿਆ, ਔਰ ਤੁਹਾਨੂੰ ਸਵਾਸਾਂ ਨਾਲ ਜੁੜਨਾ ਆ ਗਿਆ, ਤੁਸੀਂ ਧਿਆਨ ਕਰਨਾ ਸ਼ੁਰੂ ਕਰ ਦਿੱਤਾ, ਤੇ ਜਿਹੜੇ ਅੰਦਰ ਦਾ ਗੁਰੂ ਹੈ, ਜਿਹੜਾ ਸ਼ਵਾਸ ਗੁਰੂ ਹੈ, ਉਹ ਬਾਹਰਲੇ ਗੁਰੂ ਨਾਲ ਤੁਹਾਨੂੰ ਮਿਲਵਾ ਦੇਗਾ। ਧਰਤੀ ਤੇ, ਸ੍ਰਿਸ਼ਟੀ ਤੇ, ਧਰਤੀ ਤੇ ਜਿੱਥੇ ਵੀ ਕੋਈ ਐਸਾ ਗੁਰੂ ਹੈ, ਤੁਹਾਨੂੰ ਉਸ ਗੁਰੂ ਨਾਲ ਮਿਲਵਾ ਹੀ ਦੇਗਾ, ਕਿਉਂਕਿ ਗੁਰੂ ਦੋਨੋਂ ਇੱਕ ਦੂਸਰੇ ਨੂੰ ਜਾਣਦੇ ਨੇ, ਮਨ ਨਹੀਂ ਜਾਣਦਾ। ਤੁਸੀਂ ਅਗਰ ਕਿਸੇ ਵੀ ਮਾਧਿਅਮ ਨਾਲ ਧਿਆਨ ਵਿੱਚ ਆ ਗਏ, ਕਿਸੇ ਨਾ ਕਿਸੇ ਤਰ੍ਹਾਂ ਤੁਸੀਂ ਪਤਰੀ ਜੀ ਨੂੰ ਮਿਲ ਹੀ ਜਾਓਗੇ, ਕਿਸੇ ਵੀ ਰਸਤੇ ਤੋਂ ਮਿਲ ਗਏ, ਕਿਧਰੋਂ ਤੁਹਾਨੂੰ ਖਬਰ ਮਿਲ ਜਾਏਗੀ ਔਰ ਤੁਸੀਂ ਮਿਲ ਜਾਓਗੇ। ਔਰ ਅਗਰ ਤੁਸੀਂ ਪਤਰੀ ਜੀ ਨੂੰ ਪਹਿਲੇ ਮਿਲ ਗਏ, ਤੁਹਾਡੇ ਜੀਵਨ ਚ ਪਤਰੀ ਜੀ ਪਹਿਲੇ ਆ ਗਏ, ਔਰ ਪਤਰੀ ਜੀ ਤੁਹਾਨੂੰ ਦੱਸਣਗੇ ਕਿ ਸ਼ਵਾਸ ਗੁਰੂ ਨਾਲ ਜੁੜੋ, ਤੇ ਤੁਹਾਡਾ ਅੰਦਰ ਦਾ ਗੁਰੂ ਤੁਹਾਨੂੰ ਬਾਹਰ ਦੇ ਗੁਰੂ ਨਾਲ ਮਿਲਵਾਏਗਾ, ਤੁਹਾਡਾ ਬਾਹਰ ਦਾ ਗੁਰੂ ਤੁਹਾਨੂੰ ਅੰਦਰ ਦੇ ਗੁਰੂ ਨਾਲ ਮਿਲਵਾਏਗਾ, ਤੇ ਸਾਈਕਲ ਪੂਰਾ ਹੋ ਜਾਏਗਾ। ਅਗਰ ਬਾਹਰ ਗੁਰੂ ਮਿਲ ਗਿਆ ਔਰ ਉਹਨੇ ਕਿਹਾ ਕਿ ਅੰਦਰ ਦੇ ਗੁਰੂ ਨੂੰ ਮਿਲ, ਔਰ ਅਸੀਂ ਨਹੀਂ ਮਿਲ ਰਹੇ, ਤੇ ਸਾਡਾ ਸਾਈਕਲ ਪੂਰਾ ਨਹੀਂ ਹੋਏਗਾ, ਕੁਝ ਵੀ ਨਹੀਂ ਕਰ ਸਕਦਾ ਗੁਰੂ। ਲੇਕਿਨ ਅਗਰ ਅਸੀਂ ਜੋ ਗੁਰੂ ਕਹਿ ਰਿਹਾ ਹੈ ਕਿ ਆਪਣੇ ਸਵਾਸਾਂ ਨਾਲ ਇੱਕੋ ਜਾ, ਜਿਸ ਵੇਲੇ ਅਸੀਂ ਸਵਾਸਾਂ ਨਾਲ ਇੱਕ ਹੋਵਾਂਗੇ, ਆਪਣੇ ਗੁਰੂ ਨੂੰ ਮਿਲਾਂਗੇ, ਆਪਣੇ ਅੰਦਰ ਝਾਤੀ ਮਾਰਾਂਗੇ, ਅਸੀਂ ਆਪਣੇ ਸਰੂਪ ਨੂੰ ਪਹਿਚਾਨ ਲਾਂਗੇ, ਤੇ ਸਾਡਾ ਧਰਤੀ ਤੇ ਆਉਣ ਜਾਣ ਦਾ ਚੱਕਰ ਖਤਮ ਹੋ ਜਾਏਗਾ। ਔਰ ਅਗਰ ਅਸੀਂ ਪਹਿਲੇ ਆਪਣੇ ਗੁਰੂ ਨਾਲ ਜੁੜ ਗਏ, ਆਪਣੇ ਸਵਾਸਾਂ ਨਾਲ ਜੁੜ ਗਏ, ਔਰ ਸਾਡੇ ਸਵਾਸ ਸਾਨੂੰ ਉਸ ਗੁਰੂ ਤੱਕ ਪਹੁੰਚਾਣਗੇ ਜਿਹੜਾ ਬਾਹਰ, ਜਿਹਨੂੰ ਅਸੀਂ ਫਿਜ਼ੀਕਲੀ ਦੇਖ ਸਕਦੇ ਹਾਂ, ਤੇ ਤਾਂ ਵੀ ਸਾਡਾ ਸਾਈਕਲ ਕੰਪਲੀਟ ਹੋ ਗਿਆ। ਤੇ ਕਿੰਨੇ ਹੀ ਐਸੇ ਧਿਆਨੀ ਨੇ ਜਿਹੜੇ ਪਹਿਲੇ ਧਿਆਨ ਕਰ ਰਹੇ ਸੀ, ਫਿਰ ਅਚਾਨਕ ਉਹਨਾਂ ਨੂੰ ਪੀਐਮਸੀ ਤੋਂ ਜਾਂ ਕਿਧਰੋਂ ਨਾ ਕਿਧਰੋਂ ਪਤਰੀ ਸਰ ਦੇ ਬਾਰੇ ਪਤਾ ਚੱਲਿਆ ਔਰ ਉਹ ਆ ਗਏ। ਔਰ ਕਿੰਨੇ ਲੱਖੋਂ ਐਸੇ ਧਿਆਨੀ ਨੇ ਜਿਹੜੇ ਪਹਿਲੇ ਪਤਰੀ ਜੀ ਨੂੰ ਮਿਲੇ ਔਰ ਪਤਰੀ ਜੀ ਨੇ ਧਿਆਨ ਸਿਖਾਇਆ ਤੇ ਉਹ ਧਿਆਨ ਵਿੱਚ ਆਏ, ਤੇ ਫਿਰ ਉਹਨਾਂ ਦਾ ਧਿਆਨ ਦੀ ਯਾਤਰਾ ਸ਼ੁਰੂ ਹੋ ਗਈ ਤੇ ਉਹਨਾਂ ਨੇ ਆਪਣੇ ਆਪ ਨੂੰ ਪਹਿਚਾਨ ਲਿਆ। ਬਾਹਰ ਦਾ ਗੁਰੂ ਜਿਹੜਾ ਹੈ ਸਾਨੂੰ ਅੰਦਰ ਦੇ ਗੁਰੂ ਨਾਲ ਮਿਲਵਾਉਂਦਾ ਹੈ। ਅਗਰ ਬਾਹਰ ਦਾ ਗੁਰੂ ਤੁਹਾਨੂੰ ਅੰਦਰ ਦੇ ਗੁਰੂ ਨਾਲ ਨਹੀਂ ਮਿਲਵਾ ਰਿਹਾ, ਤੁਹਾਨੂੰ ਆਪਣੇ ਨਾਲ ਜੋੜ ਰਿਹਾ, ਤੇ ਫਿਰ ਉਹ ਗੁਰੂ ਸੱਚਾ ਨਹੀਂ।
ਜਦ ਤੱਕ ਗੁਰੂ ਤੁਹਾਨੂੰ ਤੁਹਾਡੇ ਗੁਰੂ ਨਾਲ ਨਹੀਂ ਮਿਲਵਾਏਗਾ ਤੇ ਫਿਰ ਉਹ ਤੁਸੀਂ ਸਹੀ ਰਸਤੇ ਨਹੀਂ ਹੋ। ਸੱਚਾ ਗੁਰੂ ਉਹ ਹੀ ਹੈ ਜਿਹੜਾ ਤੁਹਾਨੂੰ ਤੁਹਾਡੇ ਗੁਰੂ ਨਾਲ ਮਿਲਵਾਏ। ਤੁਹਾਡਾ ਗੁਰੂ ਸ਼ਵਾਸ ਹੈ ਜਿਹੜਾ ਤੁਹਾਨੂੰ ਤੁਹਾਡੇ ਨਾਲ ਮਿਲਵਾਏ, ਉਹ ਸੱਚਾ ਗੁਰੂ ਹੈ। ਜਿਹੜਾ ਤੁਹਾਨੂੰ ਆਪਣੇ ਨਾਲ ਜੋੜ ਕੇ ਰੱਖੇ, ਉਹ ਸੱਚਾ ਗੁਰੂ ਨਹੀਂ ਹੈ। ਤੇ ਅਸੀਂ ਆਪਣੇ ਗੁਰੂ ਨਾਲ ਜੁੜਨਾ ਹੈ, ਜਿਹੜਾ ਗ੍ਰੰਥਾਂ ਵਿੱਚ ਲਿਖਿਆ ਹੈ, ਜਿਹੜਾ ਵੇਦਾਂ ਵਿੱਚ ਲਿਖਿਆ ਹੈ, ਜੋ ਸਾਨੂੰ ਅੱਜ ਸਪਸ਼ਟ ਪਤਰੀ ਜੀ ਦੱਸ ਰਹੇ ਨੇ ਕਿ ਗੁਰੂ ਕੌਣ ਹੈ, ਬ੍ਰਹਮਾ ਕੌਣ ਹੈ, ਵਿਸ਼ਨੂੰ ਕੌਣ ਹੈ, ਮਹੇਸ਼ ਕੌਣ ਹੈ, ਸਾਖਸ਼ਾਤ ਪਰ ਬ੍ਰਹਮ ਕੌਣ ਹੈ। ਸਾਡੇ ਸ਼ਵਾਸ ਹੀ ਸਾਖਸ਼ਾਤ ਸਾਡੇ ਲਈ ਪਰ ਬ੍ਰਹਮ ਨੇ। ਇੰਨੇ ਅਸੀਂ ਸ਼ਕਤੀਸ਼ਾਲੀ ਹਾਂ, ਫਿਰ ਅਸੀਂ ਰੋ ਕਿਉਂ ਰਹੇ? ਕਿਉਂਕਿ ਅਸੀਂ ਆਪਣੀਆਂ ਸ਼ਕਤੀਆਂ ਨੂੰ ਪਹਿਚਾਨ ਹੀ ਨਹੀਂ ਰਹੇ। ਅਸੀਂ ਮਿਹਨਤ ਕਰਨਾ ਹੀ ਨਹੀਂ ਚਾਹੁੰਦੇ, ਅਸੀਂ ਸਵਾਸ ਗੁਰੂ ਨਾਲ ਜੁੜਨਾ ਹੀ ਨਹੀਂ ਚਾਹੁੰਦੇ। ਅਸੀਂ ਬਾਹਰ ਚਾਹੁੰਦੇ ਹਾਂ ਕਿ ਕੋਈ ਆਸ਼ੀਰਵਾਦ ਦੇ ਦੇ, ਅਸੀਂ ਲੰਗਰ ਲਗਾ ਦਈਏ, ਅਸੀਂ ਦਾਨ ਕਰ ਦਈਏ ਔਰ ਸਾਡਾ ਕੰਮ ਹੋ ਜਾਏ। ਕੋਈ ਸਾਡੀਆਂ ਸ਼ਕਤੀਆਂ ਜਗਾ ਦੇਵੇ, ਕੋਈ ਸਾਡੀ ਕੁੰਡਲਨੀ ਐਕਟੀਵੇਟ ਕਰ ਦੇਵੇ ਤੇ ਸਾਨੂੰ ਦੁੱਖਾਂ ਤੋਂ ਬਾਹਰ ਕਰ ਦੇਵੇ, ਜੋ ਹੋ ਨਹੀਂ ਸਕਦਾ। ਅਸੀਂ ਪੈਸਾ ਖਰਾਬ ਕਰਾਂਗੇ, ਅਸੀਂ ਸਮਾਂ ਖਰਾਬ ਕਰਾਂਗੇ, ਅਸੀਂ ਫालतू ਦੀਆਂ ਚੀਜ਼ਾਂ ਵਿੱਚ ਉਲਝ ਜਾਵਾਂਗੇ ਔਰ ਅਸੀਂ ਆਪਣਾ ਜੀਵਨ ਵੀ ਵਿਅਰਥ ਗਵਾ ਲਾਂਗੇ। ਅਗਰ ਅਸੀਂ ਆਪਣੇ ਜੀਵਨ ਨੂੰ ਸਹੀ ਤਰੀਕੇ ਨਾਲ ਜੀਣਾ ਔਰ ਆਪਣੇ ਆਪ ਨੂੰ ਜਾਣਨਾ ਹੈ ਤੇ ਸਾਨੂੰ ਸਵਾਸ ਗੁਰੂ ਨਾਲ ਇੱਕ ਹੋਣਾ ਪਏਗਾ। ਹੁਣ ਇੱਥੇ ਇੱਕ ਹੋਰ ਬਹੁਤ ਹੀ ਗੂੜ ਗੱਲ ਆਉਂਦੀ ਹੈ ਕਿ ਅਗਰ ਅਸੀਂ ਹੀ ਸਾਖਸ਼ਾਤ ਪਰ ਬ੍ਰਹਮ ਹਾਂ, ਅਸੀਂ ਹੀ ਵਿਸ਼ਨੂੰ ਹਾਂ, ਅਸੀਂ ਹੀ ਮਹੇਸ਼ ਹਾਂ, ਅਸੀਂ ਹੀ ਸ਼ਿਵ ਜੀ ਹਾਂ, ਤੇ ਸਾਨੂੰ ਆਹਾਰ ਕੈਸਾ ਲੈਣਾ ਚਾਹੀਦਾ? ਕਿ ਤੁਸੀਂ ਪਰਮਾਤਮਾ ਦੇ ਅੱਗੇ ਪ੍ਰਸ਼ਾਦ ਦਾ ਭੋਗ ਲਗਾਓਗੇ ਤੇ ਤੁਸੀਂ ਕੋਈ ਵੀ ਐਸੀ ਚੀਜ਼ ਦਾ ਭੋਗ ਲਗਾ ਸਕਦੇ ਹੋ ਜਿਹੜੀ ਖਾਣ ਯੋਗ ਨਹੀਂ ਲਗਾ ਸਕਦੇ। ਤੁਸੀਂ ਪਰਮਾਤਮਾ ਨੂੰ ਭੋਗ ਲਗਾਉਂਦੇ ਹੋ, ਘਰ ਤੁਸੀਂ ਕਦੀ ਵਰਤ ਰੱਖਦੇ ਹੋ ਜਾਂ ਭੋਗ ਲਗਾਉਂਦੇ ਹੋ, ਪ੍ਰਸ਼ਾਦ ਬਣਾਉਂਦੇ ਹੋ, ਕਿੰਨੀ ਸੁਚਮਨ ਨਾਲ, ਕਿੰਨੀ ਸਵੱਛਤਾ ਨਾਲ, ਕਿੰਨੇ ਪਵਿੱਤਰ ਭਾਵ ਨਾਲ ਤੁਸੀਂ ਪ੍ਰਸ਼ਾਦ ਬਣਾਉਂਦੇ ਹੋ ਕਿ ਅੱਜ ਅਸੀਂ ਭੋਗ ਲਗਾਉਣਾ ਹੈ। ਤੇ ਹਰ ਰੋਜ਼ ਅਸੀਂ ਆਪਣੇ ਪਰਮਾਤਮਾ ਨੂੰ ਭੋਗ ਲਗਾਉਣਾ ਹੈ। ਅਸੀਂ ਪਰਮਾਤਮਾ ਹਾਂ, ਅਸੀਂ ਆਪਣੇ ਆਪ ਨੂੰ ਭੋਗ ਲਗਾਉਣਾ ਹੈ ਤੇ ਕੀ ਅਸੀਂ ਓਨੀ ਸੁਚਮਤਾ ਨਾਲ, ਓਨੀ ਸਵੱਛਤਾ ਨਾਲ, ਓਨੇ ਭਾਵ ਨਾਲ ਅਸੀਂ ਖਾਣਾ ਬਣਾਉਂਦੇ ਹਾਂ, ਖਾਂਦੇ ਹਾਂ? ਇਸ ਲਈ ਪਤਰੀ ਸਰ ਕਹਿੰਦੇ ਨੇ ਕਿ ਇਹ ਸਰੀਰ ਵਿੱਚ ਕੀ ਪਾ ਰਹੇ ਹੋ, ਉਸ ਚੀਜ਼ ਦਾ ਧਿਆਨ ਰੱਖੋ। ਅਸੀਂ ਧਿਆਨ ਕਰ ਰਹੇ ਹਾਂ ਲੇਕਿਨ ਸਾਡਾ ਖਾਣਾ ਠੀਕ ਨਹੀਂ ਹੈ ਤੇ ਸਾਡਾ ਮਨ ਨਹੀਂ ਟਿਕੇਗਾ, ਕਿਉਂਕਿ ਉਹਦੀ ਜੜ ਸਾਡੇ ਖਾਣੇ ਵਿੱਚ ਹੈ, ਸਾਡੇ ਭੋਜਨ ਵਿੱਚ। ਤੇ ਇਸ ਲਈ ਕਹਿੰਦੇ ਨੇ ਕਿ ਤੁਸੀਂ ਸ਼ਾਕਾਹਾਰੀ ਬਣ ਗਏ, ਤੁਸੀਂ ਨਾਨ-ਵੈਜ ਖਾਣਾ ਛੱਡ ਦਿੱਤਾ, ਲੇਕਿਨ ਪਤਰੀ ਜੀ ਕਹਿੰਦੇ ਨੇ ਕਿ ਜਿਹੜਾ ਤੁਸੀਂ ਭਾਂਡਿਆਂ ਵਿੱਚ ਨਾਨ-ਵੈਜ ਬਣਾਇਆ ਇੰਨੇ ਸਾਲ, ਉਹਦੇ ਵਿੱਚੋਂ ਵਾਈਬ੍ਰੇਸ਼ਨ ਨਹੀਂ ਗਈ ਉਹਦੀ। ਤੇ ਅਗਰ ਤੁਸੀਂ ਸਹੀ ਮਾਇਨੇ ਵਿੱਚ ਸ਼ਾਕਾਹਾਰੀ ਬਣ ਗਏ ਤੇ ਤੁਸੀਂ ਉਹ ਸਾਰੇ ਭਾਂਡੇ ਵੀ ਹਟਾ ਦੇਣੇ ਨੇ ਉੱਥੋਂ, ਤਾਂ ਕਿ ਉਹ ਵਾਈਬ੍ਰੇਸ਼ਨ ਤੁਹਾਡੇ ਅੰਦਰ ਨਾ ਜਾਏ। ਸਮਝਣਾ ਥੋੜਾ ਔਖਾ ਹੈ ਲੇਕਿਨ ਸਮਝੇ ਬਿਨਾ और कोई रास्ता भी नहीं है। देर नाल समझ आए, सवेर नाल समझ आए, जल्दी समझ आए, हौली हौली समझ आए, समझना ते पेगा ही, क्योंकि समझे बिना साडा छुटकारा नहीं है। अगर साडी ये यात्रा है और असी आत्मा जो एक जीव आत्मा तो परमात्मा बनन दी साडी यात्रा है ते सानू सारा कुछ समझना ते पेगा, चाहे असी हौली हौली समझिए, चाहे असी थोड़ा किसी दे समझाण नाल जल्दी समझ जाइए, ਤਾਂ ਸਾਡੀ ਯਾਤਰਾ ਪੂਰੀ ਹੋਏਗੀ। ਇਸ ਵਾਸਤੇ ਧਿਆਨ ਔਰ ਆਹਾਰ ਦੋਨੋਂ ਬਹੁਤ ਜੁੜੇ ਹੋਏ ਨੇ। ਆਉਣ ਵਾਲੇ ਸਮੇਂ ਵਿੱਚ ਮੈਂ ਜ਼ਰੂਰ ਆਹਾਰ ਤੇ ਇੱਕ ਸੈਸ਼ਨ ਲਵਾਂਗੀ ਔਰ ਤਾਂ ਕਿ ਸਾਨੂੰ ਹੋਰ ਕਲੈਰਿਟੀ ਮਿਲੇ ਕਿ ਇੱਕ ਧਿਆਨੀ ਦਾ, ਇੱਕ ਯੋਗੀ ਦਾ ਆਹਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਤੇ ਅੱਜ ਲਈ ਇੰਨਾ ਹੀ ਸਮਾਂ ਔਰ ਇੰਨਾ ਹੀ ਅੱਜ ਸ਼ੇਅਰ ਕਰਨਾ ਸੀ। ਸੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕਿਸੇ ਦਾ ਕੋਈ ਪ੍ਰਸ਼ਨ ਹੈ ਤੇ ਤੁਸੀਂ ਪੁੱਛ ਸਕਦੇ ਹੋ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਥੈਂਕ ਯੂ ਭੈਣ ਜੀ, ਥੈਂਕ ਯੂ। ਬਹੁਤ ਅੱਛੀ ਤਰ੍ਹਾਂ ਤੁਸੀਂ ਅੱਜ ਦਾ ਜਿਹੜਾ ਟੌਪਿਕ ਹੈ ਉਹ ਲਿਆ ਸੀ ਐਂਡ ਆਈ ਥਿੰਕ ਬੜਾ ਹੀ ਡੂੰਘਾ ਟੌਪਿਕ ਹੈ। ਹੋਪਫੁਲੀ ਪੂਰੇ ਹੀ ਗਰੁੱਪ ਨੂੰ ਇਸ ਜਿਹੜਾ ਤੁਸੀਂ ਇਵਨ ਉਹਨੂੰ ਸਾਇੰਟੀਫਿਕਲੀ ਵੀ ਦੱਸਿਆ, ਪ੍ਰੋਟੋਨ ਨਿਊਟਰੋਨ ਤੇ ਸਾਇੰਟੀਫਿਕਲੀ ਤਰੀਕੇ ਦੇ ਨਾਲ ਤੇ ਅਧਿਆਤਮਕ ਤਰੀਕੇ ਦੇ ਨਾਲ ਬ੍ਰਹਮਾ ਵਿਸ਼ਨੂੰ ਮਹੇਸ਼। ਸੱਚੀ ਗੱਲ ਹੈ, ਸਾਨੂੰ ਕਿਸੇ ਨੂੰ ਆਈ ਥਿੰਕ ਬੜੇ ਹੀ ਘੱਟ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੁੰਦਾ। ਅਸੀਂ ਤੇ ਬਾਹਰ ਹੀ ਲੱਭਦੇ ਰਹਿੰਦੇ ਹਾਂ ਸਾਰਾ ਕੁਝ। ਹਾਂਜੀ, ਬ੍ਰਹਮਾ ਵਿਸ਼ਨੂੰ ਮਹੇਸ਼, ਉਹ ਤੁਹਾਡੇ ਇਸ ਟੌਪਿਕ ਦੇ ਉੱਤੋਂ ਪੂਰਾ ਹੀ ਗਿਆਨ ਜਿਹੜਾ ਪੂਰਾ ਸਪਸ਼ਟ ਹੋ ਗਿਆ ਕਿ ਸਾਨੂੰ ਸਾਡੇ ਅੰਦਰ ਹੀ ਸਾਰਾ ਕੁਝ ਹੈ। ਤੇ ਚਲੋ ਜ਼ਿਆਦਾ ਸਮੇਂ ਨਾ ਲੈਂਦੇ ਹੋਏ, ਜੇ ਕਿਸੇ ਦਾ ਕੋਈ ਪ੍ਰਸ਼ਨ ਹੈ ਜੀ ਤੇ ਆਪਣੇ ਪ੍ਰਸ਼ਨ ਮੈਡਮ ਕੋਲੋਂ ਪੁੱਛ ਸਕਦੇ।